हाय गाइस, ਨਮਸਤੇ। ਮੇਰਾ ਨਾਮ ਹੈ ਡਾਕਟਰ ਸੰਧਿਆ ਰਮਾਨਾਥਨ ਅਤੇ ਮੈਂ ਇੱਕ ਜੀਪੀ ਹਾਂ ਆਕਲੈਂਡ ਨਿਊਜ਼ੀਲੈਂਡ ਦੇ ਵਿੱਚ। ਅੱਜ ਇਸ ਵੀਡੀਓ ਦੇ ਜ਼ਰੀਏ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕੁਝ ਸਿੰਪਲ ਤਰੀਕੇ ਸਸਪੈਕਟਡ ਜਾਂ ਕਨਫਰਮਡ ਮਾਈਲਡ ਕੇਸ ਆਫ ਕਰੋਨਾ ਵਾਇਰਸ 19 ਨੂੰ ਘਰ ਦੇ ਵਿੱਚ ਮੈਨੇਜ ਕਰਨ ਲਈ ਅਤੇ ਕੁਝ ਇਹੋ ਜਿਹੇ ਬੇਸਿਕ ਇਕਵਿਪਮੈਂਟ ਜਿਹੜੇ ਕਿ ਤੁਹਾਡੇ ਘਰ ਦੇ ਵਿੱਚ ਹੋਣੇ ਚਾਹੀਦੇ ਨੇ ਜੇ ਤੁਹਾਨੂੰ ਜਾਂ ਤੁਹਾਡੇ ਕਿਸੇ ਫੈਮਿਲੀ ਮੈਂਬਰ ਨੂੰ ਜ਼ਰੂਰਤ ਪਏ ਇਸ ਕੋਵਿਡ-19 ਪੈਂਡੇਮਿਕ ਦੇ ਦੌਰਾਨ। ਹੁਣ ਸਭ ਤੋਂ ਪਹਿਲਾਂ ਜੋ ਇੱਕ ਬੇਸਿਕ ਮੈਡੀਕਲ ਡਿਵਾਈਸ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਘਰ ਦੇ ਵਿੱਚ ਅਤੇ ਸਪੈਸ਼ਲੀ ਜੇ ਤੁਸੀਂ ਇਹੋ ਜਿਹੀ ਜਗ੍ਹਾ ਇਹੋ ਜਿਹੀ ਸਿਟੀ ਦੇ ਵਿੱਚ ਹੋ ਜਿੱਥੇ ਕਿ ਮੈਡੀਕਲ ਫੈਸਿਲਿਟੀ ਬਹੁਤ ਨਜ਼ਦੀਕ ਅਵੇਲੇਬਲ ਨਹੀਂ ਹੈ ਤਾਂ ਇੱਕ ਸਿੰਪਲ ਡਿਵਾਈਸ ਹੈ ਜਿਹਦਾ ਨਾਂ ਹੈ ਪਲਸ ਆਕਸੀਮੀਟਰ। ਇਹ ਡਿਵਾਈਸ ਕੋਈ ਬਹੁਤ ਮਹਿੰਗਾ ਨਹੀਂ ਹੈ ਅਤੇ ਬਹੁਤ ਹੀ ਆਸਾਨੀ ਨਾਲ ਸਾਰੇ ਮੈਡੀਕਲ ਸਟੋਰ ਦੇ ਵਿੱਚ ਅਵੇਲੇਬਲ ਹੈ। ਇਹ ਤੁਹਾਨੂੰ ਹੈਲਪ ਕਰੇਗਾ ਇਹ ਦੱਸਣ ਲਈ ਕਿ ਬਲੱਡ ਦੇ ਅੰਦਰ ਤੁਹਾਡਾ ਆਕਸੀਜਨ ਸੈਚੂਰੇਸ਼ਨ ਲੈਵਲ ਕਿੱਦਾਂ ਚੱਲ ਰਿਹਾ ਹੈ ਅਤੇ ਰੀਅਸ਼ੋਰੈਂਸ ਦੇਵੇਗਾ ਕਿ ਤੁਸੀਂ ਆਪਣਾ ਕੇਸ ਘਰ ਦੇ ਵਿੱਚ ਅੱਛੀ ਤਰ੍ਹਾਂ ਮੈਨੇਜ ਕਰ ਰਹੇ ਹੋ ਅਤੇ ਤੁਹਾਨੂੰ ਬਾਰ-ਬਾਰ ਹਸਪੀਟਲ ਜਾ ਕੇ ਇਸ ਸੈਚੂਰੇਸ਼ਨ ਲੈਵਲ ਨੂੰ ਚੈੱਕ ਕਰਨ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਦੱਸਦੀ ਹਾਂ ਇਹ ਡਿਵਾਈਸ ਕਿੱਦਾਂ ਫੰਕਸ਼ਨ ਕਰਦਾ ਹੈ। ਇਹਦੇ ਵਿੱਚ ਇੱਕ ਸਵਿਚ ਹੁੰਦਾ ਹੈ ਜਿਹਨੂੰ ਕਿ ਔਨ ਕਰੋਗੇ ਯੂਜੂਅਲੀ ਇਹਦੇ ਵਿੱਚ ਬੈਟਰੀ ਹੁੰਦੀ ਹੈ ਜਾਂ ਇੱਕ ਕਾਰਡ ਆਉਂਦੀ ਹੈ। ਇਹਦੇ ਵਿੱਚ ਇੱਕ ਸਲੋਟ ਦਿੱਤਾ ਹੁੰਦਾ ਹੈ ਜਿਹਦੇ ਵਿੱਚ ਤੁਸੀਂ ਆਪਣੀ ਇੰਡੈਕਸ ਫਿੰਗਰ ਪਾਓਗੇ। ਥੋੜੀ ਦੇਰ ਦੇ ਵਿੱਚ ਇਹਦੇ ਵਿੱਚ ਇੱਕ ਲਾਈਟ ਚਲੇਗੀ ਅਤੇ ਤੁਹਾਡੀ ਰੀਡਿੰਗ ਉਹਦੇ ਸਾਹਮਣੇ ਨਜ਼ਰ ਆਏਗੀ। ਜਿੱਦਾਂ ਕਿ ਮੇਰੀ ਰੀਡਿੰਗ ਇਸ ਵੇਲੇ 100 ਆ ਰਹੀ ਹੈ ਅਤੇ ਨੀਚੇ ਮੇਰਾ ਪਲਸ ਰੇਟ ਆ ਰਿਹਾ ਹੈ ਅਤੇ ਮੇਰਾ ਲੰਗ ਫੰਕਸ਼ਨ ਬਿਲਕੁਲ ਠੀਕ ਕੰਮ ਕਰ ਰਿਹਾ ਹੈ। ਇਹ ਇੱਕ ਬਹੁਤ ਹੀ ਡਿਵਾਈਸ ਚੰਗਾ ਹੈ ਆਪਣੇ ਲੰਗ ਫੰਕਸ਼ਨ ਨੂੰ ਮੋਨੀਟਰ ਕਰਨ ਲਈ ਇਸ ਇਨਫੈਕਸ਼ਨ ਦੇ ਦੌਰਾਨ। ਨਾਰਮਲ ਰੇਂਜ ਹੈ ਬਿਟਵੀਨ 95 to 100%। ਜੇ ਤੁਹਾਡਾ ਲੰਗ ਫੰਕਸ਼ਨ ਇਹਦੇ ਵਿੱਚ 93% ਤੋਂ ਘੱਟ ਦਿਖਾ ਰਿਹਾ ਹੈ ਤੇ ਉਹਦੇ ਨਾਲ ਸਾਹ ਦੀ ਵੀ ਤਕਲੀਫ ਹੈ ਤਾਂ ਇਹ ਇਸ ਚੀਜ਼ ਦਾ ਇੰਡੀਕੇਸ਼ਨ ਹੈ ਕਿ ਤੁਹਾਨੂੰ ਇੱਕ ਐਕਸਪਰਟ ਮੈਡੀਕਲ ਐਡਵਾਈਸ ਔਰ ਜਾਂ ਪ੍ਰੋਫੈਸ਼ਨਲ ਮੈਡੀਕਲ ਐਡਵਾਈਸ ਲੈਣ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਕੁਝ ਹੋਰ ਛੋਟੀ ਚੀਜ਼ਾਂ ਜਿਹੜੀਆਂ ਕਿ ਤੁਹਾਡੇ ਕੋਲ ਘਰ ਵਿੱਚ ਹੋਣੀਆਂ ਚਾਹੀਦੀਆਂ ਨੇ ਉਹ ਨੇ ਕੁਝ ਵੱਡੇ ਸਾਈਜ਼ ਦੇ ਬਲੂਨਸ ਇਸ ਤਰ੍ਹਾਂ ਦੇ। ਮੈਂ ਤੁਹਾਨੂੰ ਦੱਸਦੀ ਹਾਂ ਇਹਦਾ ਕੀ ਕਰਨਾ ਹੈ। ਜਾਂ ਸਟ੍ਰੋ, ਰੀਯੂਜ਼ੇਬਲ ਸਟ੍ਰੋ, ਮੈਟੈਲਿਕ ਸਟ੍ਰੋ, ਅੱਜ ਕੱਲ੍ਹ ਪੇਪਰ ਦੇ ਵੀ ਸਟ੍ਰੋ ਆਉਂਦੇ ਨੇ, ਉਹਨਾਂ ਵਿੱਚੋਂ ਕੋਈ ਵੀ। ਜੇ ਹੁਣ ਤੁਹਾਡੀ ਫੈਮਿਲੀ ਦੇ ਵਿੱਚ ਕਿਸੇ ਨੂੰ ਵੀ ਕੋਵਿਡ-19 ਦੇ ਸਿੰਪਟਮ ਦਿਖ ਰਹੇ ਨੇ ਅਤੇ ਤੁਸੀਂ ਉਹਨਾਂ ਦਾ ਟੈਸਟ ਨਹੀਂ ਕਰਾ ਸਕਦੇ ਹੋ ਤਾਂ ਇਟਸ ਓਕੇ। ਸਭ ਤੋਂ ਪਹਿਲਾਂ ਪੈਨਿਕ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ। ਮੈਂ ਤੁਹਾਨੂੰ ਦੱਸਾਂਗੀ ਕਿ ਬੈਸਟ ਪੋਸੀਬਲ ਵੇ ਦੇ ਵਿੱਚ ਤੁਸੀਂ ਇਹਨੂੰ ਕਿੱਦਾਂ ਮੈਨੇਜ ਕਰ ਸਕਦੇ ਹੋ। ਔਰ ਇਸ ਵੀਡੀਓ ਦੀ ਸ਼ੁਰੂਆਤ ਵਿੱਚ ਹੀ ਮੈਂ ਇੱਕ ਬਹੁਤ ਹੰਬਲ ਰਿਕੁਐਸਟ ਕਰਨਾ ਚਾਹੂੰਗੀ ਕਿ ਪਲੀਜ਼ ਇਸ ਵੀਡੀਓ ਨੂੰ ਐਂਡ ਤੱਕ ਦੇਖੋ ਔਰ ਕੋਸ਼ਿਸ਼ ਕਰੋ ਕਿ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਓ, ਉਹਨਾਂ ਨਾਲ ਅੱਗੇ ਸ਼ੇਅਰ ਕਰੋ ਕਿਉਂਕਿ ਇਹ ਕਰਨ ਦੇ ਨਾਲ ਤੁਸੀਂ ਜ਼ਰੂਰ ਕਿਸੇ ਨਾ ਕਿਸੇ ਦੀ ਜਾਨ ਬਚਾ ਪਾਓਗੇ। ਹੁਣ ਸਭ ਤੋਂ ਪਹਿਲਾ ਮੈਨੇਜਮੈਂਟ ਇਹ ਹੈ ਕਿ ਤੁਹਾਨੂੰ ਤੁਹਾਡੀ ਇਮਿਊਨਿਟੀ ਵਧਾਉਣੀ ਪਏਗੀ। ਸਾਡੀ ਬੋਡੀ ਦੀ ਇਮਿਊਨਿਟੀ ਫਰਸਟ ਲਾਈਨ ਆਫ ਡਿਫੈਂਸ ਹੈ ਕਿਸੇ ਵੀ ਬਿਮਾਰੀ ਨਾਲ ਲੜਨ ਲਈ ਔਰ ਇਹ ਗੱਲ ਕੋਵਿਡ-19 ਵਾਇਰਸ ਇਨਫੈਕਸ਼ਨ ਲਈ ਵੀ ਲਾਗੂ ਹੁੰਦੀ ਹੈ। ਆਪਣਾ ਜੋ ਡਾਈਟ ਹੈ ਉਹਨੂੰ ਕੋਸ਼ਿਸ਼ ਕਰੋ ਕਿ ਬੈਲੈਂਸ ਡਾਈਟ ਲਵੋ, ਹਰ ਤਰ੍ਹਾਂ ਦੇ ਫਲ ਤੇ ਸਬਜ਼ੀਆਂ ਖਾਓ। ਇਹ ਵੀ ਕੋਸ਼ਿਸ਼ ਕਰੋ ਕਿ ਜੰਕ ਫੂਡ ਨਾ ਖਾਓ। ਐਲਕੋਹਲ ਔਰ ਫਿਜ਼ੀ ਡਰਿੰਕਸ ਨੂੰ ਘੱਟ ਤੋਂ ਘੱਟ ਯੂਜ਼ ਕਰੋ। ਵੈਲ ਹਾਈਡਰੇਟਡ ਰਹੋ, ਪਾਣੀ ਬਹੁਤ ਜ਼ਿਆਦਾ ਪੀਓ। ਇਹਦੇ ਨਾਲ ਹੀ ਇੱਕ ਹੋਰ ਚੀਜ਼ ਬਹੁਤ ਇੰਪੋਰਟੈਂਟ ਹੈ ਕਿ ਆਪਣੇ ਆਪ ਨੂੰ ਕਾਮ ਐਂਡ ਕੰਪੋਜ਼ ਰੱਖੋ ਕਿਉਂਕਿ ਇਸ ਸਮੇਂ ਵਿੱਚ ਕਾਫੀ ਕੁਝ ਤੁਹਾਡਾ ਮਾਈਂਡ ਡਿਸਾਈਡ ਕਰੇਗਾ ਕਿ ਤੁਹਾਡੀ ਇੱਕ ਬੋਡੀ ਇਸ ਟਾਈਮ ਦੇ ਵਿੱਚ ਕਿੱਦਾਂ ਰਿਐਕਟ ਕਰਦੀ ਹੈ। ਮੈਂ ਤੁਹਾਨੂੰ ਹੋਰ ਕੋਈ ਬਰੀਥਿੰਗ ਐਕਸਰਸਾਈਜ਼ਸ ਵੀ ਦੱਸਾਂਗੀ ਜਿਹੜੀਆਂ ਕਿ ਤੁਹਾਨੂੰ ਕਾਫੀ ਮਦਦ ਕਰਨਗੀਆਂ ਇਸ ਇਨਫੈਕਸ਼ਨ ਦੇ ਦੌਰਾਨ। ਆਪਣੇ ਇਮਿਊਨ ਸਿਸਟਮ ਨੂੰ ਮਜਬੂਰ ਕਰਨ ਦੇ ਨਾਲ ਇੱਕ ਤੁਹਾਨੂੰ ਅੱਛੀ ਘੱਟ ਤੋਂ ਘੱਟ 8 ਘੰਟੇ ਦੀ ਨੀਂਦ ਲੈਣਾ ਵੀ ਬਹੁਤ ਜ਼ਰੂਰੀ ਹੈ। ਹੁਣ ਮੈਂ ਤੁਹਾਨੂੰ ਇੰਪੋਰਟੈਂਟ ਸਪਲੀਮੈਂਟ ਦੇ ਬਾਰੇ ਦੱਸਾਂਗੀ। ਸਭ ਤੋਂ ਪਹਿਲਾਂ ਹੈ ਇਹ ਜ਼ਿੰਕ, ਵਿਟਾਮਿਨ ਡੀ ਔਰ ਵਿਟਾਮਿਨ ਸੀ। ਜੇ ਤੁਸੀਂ ਚਾਹੋ ਤੇ ਹਲਦੀ ਜਾਂ ਐਕਨੇਸ਼ੀਆ ਵੀ ਇਸਤੇਮਾਲ ਕਰ ਸਕਦੇ ਹੋ। ਲੇਕਿਨ ਇਹ ਜਿਹੜੇ 3 ਸਪਲੀਮੈਂਟ ਜ਼ਿੰਕ, ਵਿਟਾਮਿਨ ਡੀ ਐਂਡ ਵਿਟਾਮਿਨ ਸੀ ਬਹੁਤ ਹੀ ਮਦਦ ਕਰਨਗੇ ਤੁਹਾਡੀ ਇਮਿਊਨਿਟੀ ਨੂੰ ਕਵਰ ਅਪ ਕਰਨ ਲਈ ਔਰ ਇਹ ਸਾਰੇ ਸਪਲੀਮੈਂਟ ਤੁਹਾਨੂੰ ਰੋਜ਼ ਲੈਣੇ ਨੇ। ਹੁਣ ਦੂਜਾ ਮੈਨੇਜਮੈਂਟ ਪ੍ਰਿੰਸੀਪਲ ਹੈ ਵਾਇਰਸ ਰੂਟ ਨੂੰ ਬੋਡੀ 'ਚ ਘੱਟ ਕਰਨਾ। ਕੀ ਤੁਹਾਨੂੰ ਪਤਾ ਹੈ ਕਿ ਕੋਵਿਡ-19 ਦਾ ਵਾਇਰਸ ਕੀ ਤੁਹਾਨੂੰ ਕਿਸੇ ਦੂਸਰੇ ਇਨਸਾਨ ਦੇ ਡ੍ਰੌਪਲੇਟ ਜਾਂ ਕਿ ਉਹਨਾਂ ਦੇ ਬੋਲਣ, ਛਿੱਕਣ ਜਾਂ ਉਹਨਾਂ ਦੇ ਖੰਘਣ ਨਾਲ ਲੱਗ ਸਕਦਾ ਹੈ ਔਰ ਇਹ ਤੁਹਾਡੇ ਨੱਕ, ਮੂੰਹ ਜਾਂ ਕਦੀ ਅੱਖਾਂ ਦੇ ਜ਼ਰੀਏ ਵੀ ਅੰਦਰ ਜਾ ਸਕਦਾ ਹੈ। ਜਿਸ ਤੇ ਤੁਸੀਂ ਕਦੀ ਬਾਹਰ ਹੋ ਤੇ 2 ਮੀਟਰ ਦਾ ਸੋਸ਼ਲ ਡਿਸਟੈਂਸ ਤੁਸੀਂ ਨਹੀਂ ਕਰ ਸਕਦੇ ਹੋ ਤੇ ਤੁਹਾਨੂੰ ਫੇਸ ਦੇ ਵਿੱਚ ਇੱਕ ਮਾਸਕ ਪਹਿਨਣਾ ਚਾਹੀਦਾ ਹੈ। ਅਗਰ ਪੋਸੀਬਲ ਹੋਏ ਜੋ ਤੁਹਾਡੇ ਨੱਕ ਤੇ ਮੂੰਹ ਨੂੰ ਵੀ ਕਵਰ ਕਰੇ ਔਰ ਜੇ ਪੋਸੀਬਲ ਹੋਏ ਤੇ ਇੱਕ ਚਸ਼ਮਾ ਵੀ ਪਾਓ। ਇਹਦੇ ਵਿੱਚ ਇਹ ਹੋਏਗਾ ਕਿ ਜੇ ਤੁਸੀਂ ਕਿਸੇ ਇਨਫੈਕਟਡ ਪਰਸਨ ਦੇ ਕੰਟੈਕਟ ਦੇ ਵਿੱਚ ਆਉਂਦੇ ਹੋ ਤਾਂ ਜਿਹੜੀ ਟਰਾਂਸਮਿਸ਼ਨ ਦਾ ਘੱਟ ਹੈ ਉਹ ਬਹੁਤ ਹੀ ਘੱਟ ਹੋ ਜਾਂਦਾ ਹੈ।
ਇਹ ਜਿਹੜਾ ਵਾਇਰਲ ਲੋਡ ਹੈ ਔਰ ਜੋ ਵਾਇਰਸ ਜਿਹੜਾ ਤੁਹਾਡੇ ਕੋਲ ਆ ਰਿਹਾ ਹੈ ਉਹਦੀ ਐਂਟਰੀ ਘੱਟ ਹੋ ਜਾਏ। ਹੁਣ ਜੇ ਤੁਹਾਡੀ ਫੈਮਿਲੀ ਦੇ ਵਿੱਚ ਕਿਸੇ ਨੂੰ ਕੋਵਿਡ-19 ਦੇ ਸਿੰਪਟਮ ਦਿਖ ਰਹੇ, ਜਿੱਦਾਂ ਕਿ ਬੁਖਾਰ ਦਾ ਆਉਣਾ, ਸੁੱਕੀ ਖੰਘ, ਨੱਕ ਦਾ ਬਹਿਣਾ, ਗਲੇ ਵਿੱਚ ਦਰਦ ਜਾਂ ਸਮੈਲ ਜਾਂ ਟੇਸਟ ਦੀ ਸੈਂਸੇਸ਼ਨ ਘੱਟ ਹੋ ਜਾਣਾ, ਤਾਂ ਤੁਹਾਨੂੰ ਇਸ ਵਾਇਰਲ ਲੋਡ ਨੂੰ ਘੱਟ ਕਰਨ ਦੀ ਕੁਝ ਚੀਜ਼ਾਂ ਕਰਨੀਆਂ ਪੈਣਗੀਆਂ। ਉਹਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਦਿਨ ਦੇ ਵਿੱਚ ਦੋ ਵਾਰ ਗੁਨਗੁਨੇ ਗਰਮ ਪਾਣੀ ਦੇ ਵਿੱਚ ਨਮਕ ਪਾ ਕੇ ਜਾਂ ਬੀਟਾਡੀਨ ਮਾਊਥ ਰਿੰਸ ਦੇ ਨਾਲ ਗਾਗਲ ਕਰਨੇ ਹੋਣਗੇ। ਆਪਣੇ ਮਾਊਥ ਨੂੰ ਰਿੰਸ ਕਰਨ ਦੇ ਨਾਲ ਤੁਹਾਨੂੰ ਆਪਣੇ ਨੇਜ਼ਲ ਕੈਵਿਟੀ ਯਾਨੀ ਕਿ ਆਪਣੇ ਨੱਕ ਨੂੰ ਵੀ ਰਿੰਸ ਕਰਨਾ ਚਾਹੀਦਾ ਹੈ। ਉਹਦੇ ਵਿੱਚ ਤੁਸੀਂ ਇਸ ਤਰ੍ਹਾਂ ਦੇ ਕੁਝ ਓਵਰ ਦਾ ਕਾਊਂਟਰ ਸਲਾਈਮ ਨੇਜ਼ਲ ਸਪਰੇ ਲੈ ਸਕਦੇ ਹੋ। ਇਸ ਨੂੰ ਤੁਹਾਨੂੰ ਆਪਣੀ ਨੋਸਟਰਲ ਦੇ ਦੋਨੋਂ ਸਾਈਡ ਦੇ ਵਿੱਚ ਇਸ ਤਰ੍ਹਾਂ ਸਪਰੇ ਕਰਨਾ ਹੋਏਗਾ ਔਰ ਐਸਾ ਆਪ ਦਿਨ ਵਿੱਚ ਕਈ ਵਾਰ ਕਰ ਸਕਦੇ ਹੋ। ਇਸ ਤੋਂ ਇਲਾਵਾ ਦੂਸਰਾ ਆਪਸ਼ਨ ਇਹ ਹੈ ਕਿ ਤੁਸੀਂ ਇੱਦਾਂ ਦੇ ਸਲਾਈਮ ਸੋਲਿਊਸ਼ਨ ਨੂੰ ਡ੍ਰੌਪਰ ਬੋਟਲ ਦੇ ਵਿੱਚ ਪਾਓ, ਉਹਦੇ ਵਿੱਚ ਕੁਝ ਡ੍ਰੌਪਸ ਆਫ ਬੀਟਾਡੀਨ ਪਾਓ, ਕਨਸੈਂਟਰੇਟ ਬੀਟਾਡੀਨ, ਲਿਡ ਕੋ ਵਾਪਸ ਚੰਗੀ ਤਰ੍ਹਾਂ ਬੰਦ ਕਰ ਦਿਓ। ਹੁਣ ਇਸ ਨੂੰ ਦਿਨ ਦੇ ਵਿੱਚ 2 ਵਾਰ ਜਾਂ ਜਦੋਂ ਵੀ ਤੁਹਾਨੂੰ ਬਾਹਰ ਜਾਣਾ ਹੋਏ ਜਾਂ ਜਦੋਂ ਬਾਹਰ ਤੋਂ ਵਾਪਸ ਆ ਰਹੇ ਹੋ ਤਾਂ ਆਪਣੇ ਦੋਨੋਂ ਨੋਸਟ੍ਰਿਲ ਦੇ ਵਿੱਚ ਕੁਝ ਡ੍ਰੌਪਸ ਇਹਦੇ ਵਿੱਚ ਪਾ ਲਓ। ਹੁਣ ਜੇ ਤੁਹਾਡੇ ਕੋਲ ਓਵਰ ਦਾ ਕਾਊਂਟਰ ਸਲੀਮ ਵਾਸ਼ਸ ਨਹੀਂ ਅਵੇਲੇਬਲ ਹੈ ਤੇ ਤੁਸੀਂ ਇਹਨਾਂ ਨੂੰ ਘਰ ਵੀ ਬਣਾ ਸਕਦੇ ਹੋ। ਇਹਦੇ ਵਿੱਚ ਤੁਹਾਨੂੰ ਚਾਹੀਦਾ ਹੈ ਇੱਕ ਵੱਡਾ ਜਿਹਾ ਪਲਾਸਟਿਕ ਬੋਟਲ, ਜੋ ਕਿ ਇੱਕ ਸਪਰੇ ਬੋਟਲ ਵੀ ਹੋ ਸਕਦਾ ਹੈ। ਉਸ ਦੇ ਵਿੱਚ ਤੁਸੀਂ 250 ml ਆਫ ਉਬਾਲਾ ਹੋਇਆ ਔਰ ਠੰਡਾ ਕੀਤਾ ਹੋਇਆ ਪਾਣੀ ਲੈ ਲਵੋ। ਉਹਦੇ ਵਿੱਚ ਪਾਓ ਤੁਸੀਂ ਹਾਫ ਟੀ ਸਪੂਨ ਆਫ ਸੋਡਾ ਬਾਈਕਾਰਬੋਨੇਟ ਯਾਨੀ ਖਾਣ ਵਾਲਾ ਬੇਕਿੰਗ ਸੋਡਾ ਔਰ ਹਾਫ ਟੀ ਸਪੂਨ ਆਫ ਨਮਕ। ਫਿਰ ਕੁਝ ਬੂੰਦਾਂ ਤੁਸੀਂ ਉਹਦੀਆਂ ਬੀਟਾਡੀਨ ਕਨਸੈਂਟਰੇਟ ਦੀਆਂ ਪਾਓ। ਇਹਨਾਂ ਸਭ ਚੀਜ਼ਾਂ ਨੂੰ ਤੁਸੀਂ ਬੋਟਲ ਦੇ ਵਿੱਚ ਮਿਲਾਓ ਤੇ ਉਸਨੂੰ ਚੰਗੀ ਤਰ੍ਹਾਂ ਟਾਈਟਲੀ ਬੰਦ ਕਰੋ। ਤੇ ਹੁਣ ਇਹਨੂੰ ਯੂਜ਼ ਕਰਨ ਦਾ ਤਰੀਕਾ ਇਹ ਹੈ ਕਿ ਤੁਸੀਂ ਇੱਕ ਵਾਸ਼ ਬੇਸ਼ਨ ਜਾਂ ਸਿੰਕ ਦੇ ਵਿੱਚ ਅੱਗੇ ਝੁਕ ਕੇ ਖੜੇ ਹੋਵੋ। ਤੋ ਜਿਹੜਾ ਇੱਕ ਸਲਾਈਮ ਵਾਸ਼ ਜਿਹੜਾ ਤੁਸੀਂ ਬਣਾਇਆ ਇਹਨੂੰ ਤੁਸੀਂ ਆਪਣੀ ਨੱਕ ਦੇ ਅੰਦਰ ਸਪਰੇ ਕਰੋ। ਇਸ ਤਰ੍ਹਾਂ ਦੇ ਵਿੱਚ ਕਰੋ ਕਿ ਜਿਹੜਾ ਤੁਹਾਡੇ ਕਿ ਆਪਣੇ ਪੂਰੇ ਮਾਊਥ ਦੇ ਵਿੱਚ ਜਾਂ ਦੂਜੇ ਨੱਕ ਦੇ ਜ਼ਰੀਏ ਬਾਹਰ ਆਉਣਾ ਚਾਹੀਦਾ ਹੈ। ਹੁਣ ਤੁਸੀਂ ਇਹ ਦੇਖ ਲਿਆ ਹੈ ਕਿ ਕਿਸ ਤਰ੍ਹਾਂ ਦੇ ਨਾਲ ਤੁਹਾਨੂੰ ਸਭ ਤੋਂ ਪਹਿਲਾਂ ਆਪਣੀ ਇਮਿਊਨਿਟੀ ਨੂੰ ਵਧਾਉਣਾ ਹੈ ਅਤੇ ਵਾਇਰਲ ਲੋਡ ਨੂੰ ਘੱਟ ਕਰਨਾ ਹੈ। ਹੋਰ ਸਿੰਪਲ ਤਰੀਕਾ ਜਿਹੜਾ ਕਿ ਮੈਂ ਇਨਕਲੂਡ ਕਰਨਾ ਚਾਹਾਂਗੀ, ਜਿਹੜਾ ਕਿ ਸਟੀਮ ਇਨਹੇਲੇਸ਼ਨ। ਇਹ ਇੱਕ ਬਹੁਤ ਹੀ ਇਫੈਕਟਿਵ ਤਰੀਕਾ ਹੈ, ਸਪੈਸ਼ਲੀ ਜਦੋਂ ਕਿ ਲਾਸ ਆਫ ਸੈਂਸ ਆਫ ਸਮੈਲ ਹੋ ਜਾਏ ਉਦੋਂ। ਤਾਂ ਤੁਹਾਨੂੰ ਇੱਕ ਵੱਡੇ ਜਿਹੇ ਬਰਤਨ ਵਿੱਚ ਸਟੀਮਿੰਗ ਹੌਟ ਵਾਟਰ ਲੈਣਾ ਹੈ, 1 ਚਮਚ ਵਿਕਸ ਪਾਓ ਅਤੇ ਆਪਣੇ ਹੈਡ ਨੂੰ ਚੰਗੀ ਤਰ੍ਹਾਂ ਕਵਰ ਕਰ ਲਓ ਅਤੇ ਬਹੁਤ ਹੀ ਡੀਪਲੀ ਇਹਨੂੰ ਸਟੀਮ ਕਰੋ। ਹੁਣ ਅੱਗੇ ਵਧਦੇ ਹਾਂ ਔਰ ਇਸ ਮੈਨੇਜਮੈਂਟ ਕੇ ਇੱਕ ਬਹੁਤ ਹੀ ਇੰਪੋਰਟੈਂਟ ਐਸਪੈਕਟ ਦੇ ਬਾਰੇ 'ਚ ਗੱਲ ਕਰਦੇ ਹਾਂ, ਜੋ ਕਿ ਹੈ ਬਰੀਥਿੰਗ ਐਕਸਰਸਾਈਜ਼ਸ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਤੁਹਾਡਾ ਲੰਗ ਕਿੱਦਾਂ ਦਾ ਦਿਖਦਾ ਹੈ ਅਤੇ ਕਿਸ ਤਰ੍ਹਾਂ ਉਹ ਕੰਮ ਕਰਦਾ ਹੈ। ਸਾਡੇ ਲੰਗ ਸਾਡੇ ਚੈਸਟ ਕੈਵਿਟੀ ਦੇ ਅੰਦਰ ਹੁੰਦੇ ਨੇ ਔਰ ਇੱਕ ਕਾਫੀ ਵੱਡਾ ਏਰੀਆ ਕਵਰ ਕਰਦੇ ਨੇ। ਇਹ ਦੇਖਣ ਦੇ ਵਿੱਚ ਕੁਝ ਇਸ ਤਰ੍ਹਾਂ ਸਪੌਂਜ ਦੀ ਤਰ੍ਹਾਂ ਲੱਗਦੇ ਨੇ, ਉੱਪਰੋਂ ਪਤਲੇ ਤੇ ਨੀਚੋਂ ਬ੍ਰੌਡ ਹੁੰਦੇ ਨੇ। ਜ਼ਿਆਦਾਤਰ ਇਹ ਸਪੇਸਿਸ ਸਾਡੇ ਬੈਕ ਸਾਈਡ ਦੀ ਤਰਫ ਹੁੰਦੇ ਨੇ। ਇਨਫੈਕਸ਼ਨ ਦੀ ਵਜ੍ਹਾ ਦੇ ਨਾਲ ਜੇ ਲੰਗਸ ਦੇ ਵਿੱਚ ਕੁਝ ਫਲੂਇਡ ਜਾਂ ਪਾਣੀ ਜਮ੍ਹਾਂ ਹੁੰਦਾ ਹੈ ਤਾਂ ਗ੍ਰੈਵਿਟੀ ਦੀ ਵਜ੍ਹਾ ਦੇ ਨਾਲ ਉਹ ਨੀਚੇ ਯਾਨੀ ਕਿ ਬੇਸ ਆਫ ਦਾ ਲੰਗ ਦੇ ਵਿੱਚ ਜਮ੍ਹਾਂ ਹੋ ਜਾਂਦਾ ਹੈ, ਜੋ ਕਿ ਪਿੱਛੇ ਕਮਰ ਦੀ ਤਰਫ ਹੁੰਦਾ ਹੈ। ਇਸ ਲਈ ਬਰੀਥਿੰਗ ਐਕਸਰਸਾਈਜ਼ ਬਹੁਤ ਹੀ ਇੰਪੋਰਟੈਂਟ ਨੇ ਟੂ ਮੇਕ ਸ਼ੋਰ ਕਿ ਫਲੂਇਡ ਜਮ੍ਹਾਂ ਨਾ ਹੋ ਸਕੇ ਅਤੇ ਅਸੀਂ ਆਪਣੇ ਲੰਗਸ ਨੂੰ ਪ੍ਰੋਪਰਲੀ ਐਮਟੀ ਆਊਟ ਕਰ ਸਕੇ, ਤਾਂ ਕਿ ਬੇਸ ਆਫ ਦਾ ਲੰਗਸ ਵਿੱਚ ਜੋ ਛੋਟੇ ਏਅਰ ਸਪੇਸਿਸ ਨੇ ਉਹ ਕੋਲੈਪਸ ਨਾ ਹੋ ਜਾਣ। ਅਤੇ ਇਸ ਦਾ ਕਰਨ ਲਈ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਸਹੀ ਤਰੀਕੇ ਦੇ ਨਾਲ ਬਰੀਥਿੰਗ ਨੂੰ ਮੇਨਟੇਨ ਕਰੋ। ਬਰੀਥਿੰਗ ਮੈਕੈਨਿਜ਼ਮ ਵਿੱਚ ਜ਼ਿਆਦਾ ਇੰਪੋਰਟੈਂਟ ਇਹ ਹੈ ਪ੍ਰੋਪਰ ਐਕਸਪੀਰੇਸ਼ਨ ਯਾਨੀ ਕਿ ਬਰੀਥਿੰਗ ਆਊਟ, ਕਿਉਂਕਿ ਜਦੋਂ ਤੁਸੀਂ ਬਰੀਥਿੰਗ ਆਊਟ ਕਰਦੇ ਹੋ ਤੇ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਤੁਸੀਂ ਆਪਣੇ ਲੰਗਸ ਨੂੰ ਪੂਰੀ ਤਰ੍ਹਾਂ ਐਮਟੀ ਕਰ ਸਕੋ। ਮੈਂ ਹੁਣ ਬਿਹਤਰ ਤਰੀਕੇ ਨਾਲ ਸਮਝਾਉਣ ਲਈ ਇੱਕ ਛੋਟਾ ਐਗਜ਼ਾਮਪਲ ਦੇਣਾ ਚਾਹੁੰਦੀ ਹਾਂ। ਹੁਣ ਤੁਸੀਂ ਇਹ ਸਮਝ ਲਓ ਕਿ ਇਸ ਸਪੌਂਜ ਨੂੰ ਤੁਸੀਂ ਪਾਣੀ ਦੇ ਨਾਲ ਭਰਨਾ ਹੈ ਔਰ ਇਹ ਕਰਨ ਲਈ ਤੁਹਾਨੂੰ ਪਹਿਲੇ ਉਸਨੂੰ ਪੂਰੀ ਤਰ੍ਹਾਂ ਤੱਕ ਖਾਲੀ ਕਰਨਾ ਹੈ, ਐਮਟੀ ਆਊਟ ਕਰਨਾ ਪਏਗਾ, ਪੂਰਾ ਸਕੁਈਜ਼ ਆਫ ਕਰਨਾ ਪਏਗਾ। ਯਾਨੀ ਕਿ ਜ਼ਿਆਦਾ ਕਿ ਤੁਹਾਨੂੰ ਆਪਣੀ ਮੈਕਸਿਮਮ ਆਕਸੀਜਨ ਅੰਦਰ ਚਾਹੀਦੀ ਹੈ ਕਿ ਤੁਹਾਨੂੰ ਪੁਰਾਣਾ ਜਿਹੜਾ ਕਾਰਬਨ ਡਾਈਆਕਸਾਈਡ ਉਹਦੇ ਅੰਦਰ ਹੈ ਉਹਨੂੰ ਪੂਰੀ ਤਰ੍ਹਾਂ ਬਾਹਰ ਕੱਢੋ। ਹੁਣ ਮੈਂ ਤੁਹਾਨੂੰ ਡੈਮੋਨਸਟ੍ਰੇਟ ਕਰਕੇ ਦੱਸਦੀ ਹਾਂ ਕਿ ਮੈਂ ਇੱਕ ਲੰਬੀ ਸਾਹ ਬਾਹਰ ਛੋੜ ਰਹੀ ਹਾਂ।
थोड़ा रुको और लंबी सांस अंदर खिंचो, फिर रुको। याद रखो कि ये एक बहुत ही ਇਫੈਕਟਿਵ ਤਰੀਕਾ ਹੈ ਪ੍ਰੋਪਰ ਬਰੀਥਿੰਗ ਮੈਕੈਨਿਜ਼ਮ ਨੂੰ ਮੇਨਟੇਨ ਕਰਨ ਲਈ। ਇਸ ਤੋਂ ਇਲਾਵਾ ਤੁਸੀਂ ਬਾਕਸ ਬਰੀਥਿੰਗ ਵੀ ਪ੍ਰੈਕਟਿਸ ਕਰ ਸਕਦੇ ਹੋ। ਬਾਕਸ ਬਰੀਥਿੰਗ ਦੇ ਵਿੱਚ ਤੁਹਾਨੂੰ ਇੱਕ ਇਮੇਜਿਨਰੀ ਬਾਕਸ ਕ੍ਰੀਏਟ ਕਰਨਾ ਪਏਗਾ। ਜਦੋਂ ਕਿ ਤੁਸੀਂ ਸਾਹ ਲਵੋ ਤੇ ਬਾਹਰ ਛੱਡੋ, 1 2 3 ਸਾਹ ਬਾਹਰ ਛੋੜੋ, ਡਰਾ ਦ ਲਾਈਨ ਅਪ, 1 2 3 ਸਾਹ ਅੰਦਰ ਲਵੋ, ਡਰਾ ਦ ਲਾਈਨ ਡਾਊਨ। ਇਹ ਇੱਕ ਅੱਛੇ ਬਰੀਥਿੰਗ ਐਕਸਰਸਾਈਜ਼ਸ ਨੇ ਜਦ ਕਿ ਤੁਸੀਂ ਠੀਕ ਹੋ ਤੇ ਤੁਹਾਡੇ ਅੰਦਰ ਕੋਈ ਲੰਗ ਇਨਫੈਕਸ਼ਨ ਨਹੀਂ ਹੈ। ਜਦੋਂ ਕਿ ਤੁਹਾਡੇ ਲੰਗ ਇਨਫੈਕਸ਼ਨ ਹੈ ਤਾਂ ਤੁਹਾਨੂੰ ਪੂਰੀ ਤਰ੍ਹਾਂ ਤੱਕ ਇਹ ਕੋਸ਼ਿਸ਼ ਕਰਨੀ ਹੈ ਕਿ ਇਹ ਜਿਹੜੀ ਛੋਟੇ ਏਅਰ ਸਪੇਸਿਸ ਐਟ ਦ ਬੇਸ ਆਫ ਦ ਲੰਗ ਨੇ ਉਹ ਖੁੱਲੇ ਰਹਿਣ, ਐਕਟੀਵੇਟਿਡ ਰਹਿਣ ਅਤੇ ਉਹ ਕੋਲੈਪਸ ਨਾ ਕਰਨ। ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਇੱਕ ਬਹੁਤ ਹੀ ਸਿੰਪਲ ਐਕਸਰਸਾਈਜ਼ ਜਿਹੜੀ ਕਿ ਬਹੁਤ ਹੀ ਇਫੈਕਟਿਵ ਹੈ। ਇਹ ਇੱਕ ਮੇਰੀ ਕਲਾਸਮੇਟ ਦੀ ਮੰਮੀ ਡਾਕਟਰ ਗ੍ਰੇਸੀ ਯੋਂਗ, ਜੋ ਕਿ ਇੱਕ ਮਲੇਸ਼ੀਆ ਦੇ ਵਿੱਚ ਹੈ, ਉਹਨਾਂ ਨੇ ਇੱਕ ਵਾਰ ਦੱਸੀ ਸੀ ਕਿ ਮੈਂ ਉਹੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ। ਇਸ ਦੇ ਵਿੱਚ ਤੁਸੀਂ ਬਹੁਤ ਕੁਝ ਖਾਸ ਨਹੀਂ ਕਰਨਾ ਹੈ, ਬਹੁਤ ਹੀ ਸਿੰਪਲੀ ਬੈਲੂਨ ਨੂੰ ਇੱਕ ਫੁਲਾਣਾ ਹੈ, ਬਲੋ ਕਰਨਾ ਹੈ। ਔਰ ਮੈਂ ਇਹ ਟੈਕਨੀਕ ਆਪਣੇ ਇੱਕ ਪੇਸ਼ੈਂਟ ਜੋ ਕਿ ਕੋਵਿਡ-19 ਪੋਜ਼ਿਟਿਵ ਥੇ ਉਹਦੇ ਨਾਲ ਅਪਣਾਈ। ਉਹ ਇੱਕ ਸਮੋਕਰ ਸੀਗੇ ਤੇ ਉਹਨਾਂ ਨੂੰ ਟੀਬੀ ਦੀ ਹਿਸਟਰੀ ਰਹਿ ਚੁੱਕੀ ਸੀਗੀ ਔਰ ਫਿਰ ਵੀ ਉਹਨਾਂ ਦਾ ਅਸੀਂ 100% ਆਕਸੀਜਨ ਸੈਚੂਰੇਸ਼ਨ ਲੈਵਲ ਦੇ ਵਿੱਚ ਕਾਮਯਾਬ ਹੋਏ ਸੀ ਇਸੇ ਟੈਕਨੀਕ ਦੇ ਦੌਰਾਨ। ਹੁਣ ਮੈਂ ਤੁਹਾਨੂੰ ਡੈਮੋਨਸਟ੍ਰੇਟ ਕਰਕੇ ਦੱਸਦੀ ਹਾਂ ਕਿ ਇਹ ਬੈਲੂਨ ਐਕਸਰਸਾਈਜ਼ ਕਿੱਦਾਂ ਕਰਨੀ ਹੈ। ਸਿਰਫ ਤੁਹਾਨੂੰ ਇਸ ਤਰ੍ਹਾਂ ਦਾ ਖਿਆਲ ਰੱਖਣਾ ਹੈ ਕਿ ਕੋਸ਼ਿਸ਼ ਕਰੋ ਕਿ ਤੁਸੀਂ ਇਸ ਬੈਲੂਨ ਨੂੰ 3 ਸਾਹ ਦੇ ਵਿੱਚ ਫੁਲਾਓ, ਕੰਪਲੀਟਲੀ 3 ਵਾਰ ਇਨਹੇਲ ਕਰੇ ਤੇ ਐਕਸੇਲ ਕਰੋ। ਇਹ ਹੋ ਗਈ ਪਹਿਲੀ ਸਾਹ। ਇੱਕ ਵਾਰ ਫਿਰ ਤੋਂ ਇਹ ਹੋ ਗਿਆ ਦੂਜਾ ਸਾਹ। ਡੀਪ ਬਰੀਥ। ਇਹ ਹੋ ਗਈ ਤੀਜੀ ਸਾਹ। ਹੁਣ ਅਸੀਂ ਆਪਣਾ ਆਕਸੀਜਨ ਸੈਚੂਰੇਸ਼ਨ ਲੈਵਲ ਦੁਬਾਰਾ ਤੋਂ ਚੈੱਕ ਕਰਾਂਗੇ ਆਕਸੀਮੀਟਰ ਦੇ ਵਿੱਚ ਤੇ ਉਹ ਡੈਫੀਨੇਟਲੀ ਬਹੁਤ ਬਿਹਤਰ ਆਏਗਾ। ਜਦੋਂ ਕਿ ਮੈਂ ਤੁਹਾਨੂੰ ਥੋੜੀ ਦੇਰ ਪਹਿਲਾਂ ਦੱਸਿਆ ਸੀ ਕਿ ਜੋ ਕਿ ਫਸਟ ਐਕਸਪੀਰੇਸ਼ਨ ਹੈ, ਯਾਨੀ ਕਿ ਬਰੀਥਿੰਗ ਆਊਟ ਜਦੋਂ ਅਸੀਂ ਕਰਦੇ ਹਾਂ ਤੇ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਪੂਰੀ ਕਾਰਬਨ ਡਾਈਆਕਸਾਈਡ ਨੂੰ ਅਸੀਂ ਬਾਹਰ ਕੱਢ ਸਕੀਏ ਤਾਂ ਕਿ ਆਕਸੀਜਨ ਅੰਦਰ ਤੱਕ ਜਾਣ ਦੀ ਜਗ੍ਹਾ ਰਹੇ। ਇਹੀ ਅਸੀਂ ਇਸ ਟੈਕਨੀਕ ਦੇ ਤਰੀਕੇ ਕਰ ਰਹੇ ਹਾਂ। ਇਸ ਕਾਰਨ ਜਦੋਂ ਅਸੀਂ ਦੁਬਾਰਾ ਆਪਣਾ ਆਕਸੀਜਨ ਸੈਚੂਰੇਸ਼ਨ ਲੈਵਲ ਚੈੱਕ ਕਰਦੇ ਹਾਂ ਤਾਂ ਸਾਡਾ ਆਕਸੀਜਨ ਲੈਵਲ ਬੈਟਰ ਆਏਗਾ। ਜੇ ਤੁਹਾਡੇ ਕੋਲ ਬੈਲੂਨ ਨਹੀਂ ਹੈ ਤੇ ਕੋਈ ਗੱਲ ਨਹੀਂ ਹੈ, ਤੁਸੀਂ ਸਿਰਫ ਪ੍ਰਟੈਂਡ ਕਰ ਸਕਿਓ ਕਿ ਤੁਸੀਂ 3 ਸਾਹਾਂ ਦੇ ਵਿੱਚ ਬੈਲੂਨ ਨੂੰ ਫੁਲਾ ਰਹੇ ਹੋ। ਜੇ ਕੁਝ ਬਜ਼ੁਰਗ ਲੋਕ ਬੈਲੂਨ ਵਾਲੀ ਟੈਕਨੀਕ ਨੂੰ ਥੋੜਾ ਡਿਫਿਕਲਟ ਸਮਝ ਰਹੇ ਨੇ ਤੇ ਉਹਨਾਂ ਕੋਲ ਨਹੀਂ ਹੋ ਰਿਹਾ ਤੇ ਉਹਨਾਂ ਕੋਲ ਦੂਜਾ ਸਿੰਪਲ ਤਰੀਕਾ ਹੈ, ਇੱਕ ਸਟ੍ਰੋ ਲੈ ਕੇ ਇੱਕ ਗਲਾਸ ਦੇ ਵਿੱਚ ਜਾਂ ਇੱਕ ਟੰਬਲਰ ਦੇ ਵਿੱਚ ਪਾਣੀ ਭਰ ਲੈਣ ਤੇ ਅਸੀਂ ਬਿਲਕੁਲ ਉਸੇ ਹੀ ਤਰ੍ਹਾਂ 3 ਵਾਰ ਲੰਬੀ ਸਾਹ ਲੈ ਕੇ ਬਾਹਰ ਫੈਂਕੋ। ਯਾਨੀ ਕਿ ਜੋ ਤੁਸੀਂ ਐਕਸਪੀਰੇਸ਼ਨ ਕਰ ਰਹੇ ਹੋ ਉਹ ਇੱਕ ਰੈਜ਼ਿਸਟੈਂਸ ਦੇ ਨਾਲ ਕਰ ਰਹੇ ਹੋ। ਤੋ ਇਹ ਵੀ ਇੱਕ ਬਹੁਤ ਸਿੰਪਲ ਅਤੇ ਇਫੈਕਟਿਵ ਐਕਸਰਸਾਈਜ਼ ਹੈ, ਬਰੀਥਿੰਗ ਐਕਸਰਸਾਈਜ਼। ਮੈਂ ਸੁਜੈਸਟ ਕਰਾਂਗੀ ਕਿ ਤੁਸੀਂ ਬਹਿ ਕੇ ਕਰੋ ਅਤੇ ਦਿਨ ਦੇ ਵਿੱਚ ਕਈ ਵਾਰ ਕਰੋ ਤੇ ਉਸ ਤੋਂ ਬਾਅਦ ਆਪਣਾ ਆਕਸੀਜਨ ਸੈਚੂਰੇਸ਼ਨ ਲੈਵਲ ਚੈੱਕ ਕਰੋ। ਇੱਕ ਹੋਰ ਬਹੁਤ ਇੰਪੋਰਟੈਂਟ ਚੀਜ਼ ਹੈ, ਉਹ ਹੈ ਤੁਹਾਡਾ ਪੋਸਚਰ। ਇਹ ਯਾਨੀ ਕਿ ਤੁਹਾਡੇ ਲੰਮੇ ਪੈਣ ਦਾ ਤਰੀਕਾ। ਇਹ ਹੈ ਮੇਰੀ ਇੱਕ ਬਿਊਟੀਫੁਲ ਡੋਲ ਰਾਣੀ ਤੇ ਇੱਕ ਪਿੱਲੋ। ਜਦੋਂ ਕਿ ਅਸੀਂ ਬਿਮਾਰ ਆਈਏ, ਸਾਡੇ ਕੋਲ ਕੋਈ ਲੰਗ ਇਨਫੈਕਸ਼ਨ ਹੈ ਤਾਂ ਤੁਹਾਨੂੰ ਇਹ ਬਹੁਤ ਖਿਆਲ ਰੱਖਣਾ ਹੈ ਕਿ ਜ਼ਿਆਦਾਤਰ ਅਸੀਂ ਕਿਸ ਪੋਜੀਸ਼ਨ ਦੇ ਵਿੱਚ ਲੰਮੇ ਪਏ ਹਾਂ। ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਸਾਡੇ ਕੀ 에ਅਰ ਵੇਜ਼ ਨੇ, 에ਅਰ ਪੈਸੇਜ ਨੇ, ਉਹ ਨੀਚੇ ਦੀ ਸਾਈਡ ਅਤੇ ਕਮਰ ਦੇ ਪਿੱਛੇ ਲੋਕੇਟਡ ਹੁੰਦੇ ਨੇ ਤੇ ਇਸ ਕਾਰਨ ਜੇ ਅਸੀਂ ਬਹੁਤ ਹੀ ਜ਼ਿਆਦਾ ਪਿੱਠ ਦੇ ਵੱਲ ਲੰਮੇ ਪਏ ਰਹੋ ਤਾਂ ਚਾਂਸਸ ਇਹ ਹੈ ਕਿ ਉਹ ਕੋਲੈਪਸ ਹੋ ਸਕਦੇ ਨੇ। ਇਸ ਕਾਰਨ ਸਾਨੂੰ ਜ਼ਿਆਦਾਤਰ ਆਪਣੇ ਪੇਟ ਦੇ ਵੱਲ ਲੇਟਣਾ ਹੈ ਤੇ ਉਸ ਦੇ ਥੱਲੇ ਅਸੀਂ ਆਪਾਂ ਤਕੀਆ ਰੱਖਣਾ ਹੈ। ਤਕੀਆ ਇਸ ਤਰ੍ਹਾਂ ਹੋਏ ਕਿ ਜਿਹੜਾ ਕਿ ਤੁਹਾਡੀ ਚੈਸਟ ਅਤੇ ਪੇਟ ਦੇ ਵਿੱਚ ਆਏ। ਇੱਦਾਂ ਕਰਨ ਨਾਲ ਕਿ ਜਿਹੜੇ ਤੁਹਾਡੇ ਲੰਗ ਦਾ ਪਾਰਟ ਹੈ ਉਹ ਪ੍ਰੋਪਰਲੀ ਐਕਸਪੋਜ਼ਡ ਹੈ ਅਤੇ ਦਬ ਨਹੀਂ ਰਿਹਾ ਹੈ। ਕੋਲ ਇੱਕ ਇਹੋ ਜਿਹਾ ਕੇਸ ਆਇਆ ਸੀ, 70 ਇਅਰਸ 올ਡ ਲੇਡੀ ਸੀ ਔਰ ਬੈੱਡ ਦੀ ਅਵੇਲੇਬਿਲਿਟੀ ਨਹੀਂ ਸੀ ਉਹਨਾਂ ਦੀ ਟ੍ਰੀਟਮੈਂਟ ਲਈ
ਤੇ ਉਹਨਾਂ ਦਾ ਟ੍ਰੀਟਮੈਂਟ ਜੋ ਮੈਨੇਜਮੈਂਟ ਸੀ ਅਸੀਂ ਇਸੇ ਤਰ੍ਹਾਂ ਕੀਤਾ ਤੇ ਅਸੀਂ ਇਹ ਦੇਖਿਆ ਕਿ ਉਹਨਾਂ ਦਾ ਆਕਸੀਜਨ ਸੈਚੂਰੇਸ਼ਨ ਲੈਵਲ ਕਾਫੀ ਚੰਗੀ ਤਰ੍ਹਾਂ ਅਸੀਂ ਮੇਨਟੇਨ ਕਰ ਪਾਏ ਅਤੇ ਉਹਨਾਂ ਦੀ ਕੰਡੀਸ਼ਨ ਦੇ ਵਿੱਚ ਕਾਫੀ ਸੁਧਾਰ ਆਇਆ। ਇਹ ਉਹਨਾਂ ਨੇ ਘਰ ਦੇ ਵਿੱਚ ਰਹਿ ਕੇ ਹੀ ਕੀਤਾ ਕਿਉਂਕਿ ਹਸਪੀਟਲ ਦੇ ਵਿੱਚ ਵੀ ਜੋ ਮੈਨੇਜਮੈਂਟ ਦਾ ਪ੍ਰੋਟੋਕਾਲ ਹੈ ਉਹ ਇਸੇ ਤਰ੍ਹਾਂ ਹੀ ਹੈ ਤੇ ਉਹਨਾਂ ਨੂੰ ਇਸੇ ਪੋਜੀਸ਼ਨ ਦੇ ਵਿੱਚ ਲਟਾਇਆ ਜਾਂਦਾ ਹੈ। ਸਭ ਤੋਂ ਵੱਧ ਇੰਪੋਰਟੈਂਟ ਇਹ ਹੈ ਕਿ ਜਦੋਂ ਹੀ ਔਨਸੈਟ ਆਫ ਸਿੰਪਟਮ ਹੋ ਇਮੀਡੀਏਟਲੀ ਐਕਸ਼ਨ ਲਵੋ। ਮੈਡੀਕਲ ਐਕਸਪਰਟ ਐਡਵਾਈਸ ਸੀਕ ਕਰਨੀ ਚਾਹੀਦੀ ਹੈ, ਚਾਹੇ ਉਹ ਵਰਚੁਅਲੀ ਕਿਉਂ ਨਾ ਹੋਏ। ਹਰ ਕੰਟਰੀ ਦਾ ਇੱਕ ਆਪਣਾ ਅਲੱਗ ਪ੍ਰੋਟੋਕਾਲ ਹੈ ਇਸ ਕੰਡੀਸ਼ਨ ਨੂੰ ਮੈਨੇਜ ਕਰਨ ਲਈ। ਕੁਝ ਕੰਟਰੀਜ਼ ਐਂਟੀਬਾਇਓਟਿਕਸ ਪ੍ਰਿਸਕ੍ਰਾਈਬ ਕਰਦੇ ਨੇ ਟੂ ਟ੍ਰੀਟ ਦ ਅਪਰ ਰੈਸਪੀਰੇਟਰੀ ਟ੍ਰੈਕਟ ਇਨਫੈਕਸ਼ਨ, ਬਾਕੀ ਸਿੰਪਟੋਮੈਟਿਕ ਟ੍ਰੀਟਮੈਂਟ ਕੀਤਾ ਜਾਂਦਾ ਹੈ ਪੈਰਾਸੀਟਾਮੋਲ ਦੇ ਨਾਲ। ਮੈਂ ਫਿਰ ਇਸ ਗੱਲ ਤੋਂ ਬਹੁਤ ਜ਼ਿਆਦਾ ਸਟ੍ਰੈਸ ਕਰਨਾ ਚਾਹੂੰਗੀ, ਸਭ ਤੋਂ ਵੱਧ ਇੰਪੋਰਟੈਂਟ ਚੀਜ਼ ਹੈ ਕਾਮ ਰਹਿਣਾ, ਪੈਨਿਕ 'ਚ ਨਾ ਆਓ ਔਰ ਪਹਿਲੇ ਜੇ ਕਿ ਮੈਂ ਤੁਹਾਨੂੰ ਦੱਸਿਆ 3 ਮੇਨ ਚੀਜ਼ਾਂ ਦੱਸੀਆਂ ਨੇ ਉਹਨਾਂ ਨੂੰ ਕਰਦੇ ਰਹੋ। ਯਾਨੀ ਕਿ ਸਭ ਤੋਂ ਪਹਿਲਾਂ ਆਪਣੀ ਇਮਿਊਨਿਟੀ ਨੂੰ ਸਹੀ ਰੱਖੋ ਤੇ ਵਧਾਓ। ਦੂਸਰੀ ਚੀਜ਼ ਹੈ ਕਿ ਵਾਇਰਲ ਲੋਡ ਨੂੰ ਘੱਟ ਕਰੋ ਔਰ ਤੀਸਰੀ ਚੀਜ਼ ਹੈ ਜੋ ਕਿ ਬਰੀਥਿੰਗ ਐਕਸਰਸਾਈਜ਼ਸ ਮੈਂ ਤੁਹਾਨੂੰ ਦੱਸੀਆਂ ਨੇ ਉਹਨਾਂ ਨੂੰ ਕੰਟੀਨਿਊਸਲੀ ਕਰਦੇ ਰਹੋ। ਅਤੇ ਉਸ ਤੋਂ ਬਾਅਦ ਜਦੋਂ ਤੁਸੀਂ ਆਪਣਾ ਆਕਸੀਜਨ ਸੈਚੂਰੇਸ਼ਨ ਲੈਵਲ ਜਦੋਂ ਚੈੱਕ ਕਰੋਗੇ ਤੇ ਉਹ 95% ਤੋਂ ਉੱਪਰ ਆ ਰਿਹਾ 100 ਦੇ ਵਿੱਚ, ਤੇ ਇਹ ਇੱਕ ਚੰਗਾ ਸਾਈਨ ਹੈ ਕਿ ਤੁਹਾਡੀ ਫੁੱਲ ਰਿਕਵਰੀ ਹੋਣ ਵਾਲੀ ਹੈ। ਤਾਂ ਮੈਂ ਉਮੀਦ ਕਰਦੀ ਹਾਂ ਕਿ ਜੋ ਮੈਂ ਤੁਹਾਨੂੰ ਸਾਰੀ ਗੱਲਾਂ ਜਿਹੜੀਆਂ ਕਿ ਮੈਂ ਇਸ ਵੀਡੀਓ ਦੇ ਵਿੱਚ ਦੱਸੀਆਂ ਨੇ ਇਹ ਤੁਹਾਨੂੰ ਕਿਸੇ ਨਾ ਕਿਸੇ ਤਰ੍ਹਾਂ ਕੰਮ ਆਉਣਗੀਆਂ, ਤੁਹਾਡੀ ਫੈਮਿਲੀ ਤੁਹਾਡੇ ਫਰੈਂਡਸ ਨੂੰ ਕੰਮ ਆਉਣਗੀਆਂ। ਇਹ ਕਾਫੀ ਜ਼ਿਆਦਾ ਇਨਫੋਰਮੇਸ਼ਨ ਹੈ ਕਿ ਮੈਂ ਇਹ ਟਰਾਈ ਕਰਾਂਗੀ ਕਿ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਲਿਖਾਂ। ਇਹ ਇਸ ਗੱਲ ਤੇ ਆਂਦਾ ਰੱਖੋ ਕਿ ਇਹ ਜਿਹੜਾ ਪੈਂਡੇਮਿਕ ਐਂਡ ਆਫ ਦਾ ਵਰਲਡ ਨਹੀਂ ਹੈ। ਪੂਰੀ ਕੋਸ਼ਿਸ਼ ਕਰੋ ਕਿ ਇਨਫੈਕਸ਼ਨ ਤੋਂ ਆਪ ਜ਼ਿਆਦਾ ਤੋਂ ਜ਼ਿਆਦਾ ਬਚੋ, ਦੂਰ ਰਹੋ। ਜੇ ਇਹ ਇਨਫੈਕਸ਼ਨ ਹੋ ਵੀ ਜਾਂਦਾ ਹੈ ਤੇ ਜਿਹੜੀਆਂ ਅਸੀਂ ਸਾਰੀਆਂ ਚੀਜ਼ਾਂ ਡਿਸਕਸ ਕੀਤੀਆਂ ਨੇ ਉਹ ਜੇ ਤੁਸੀਂ ਕਰਦੇ ਹੋ ਤੇ ਤੁਹਾਨੂੰ ਹਸਪੀਟਲਾਈਜੇਸ਼ਨ ਦੀ ਜ਼ਰੂਰਤ ਨਹੀਂ ਕਰਨੀ ਪਏਗੀ। ਬਹੁਤ ਜ਼ਿਆਦਾ ਭੀੜ ਭਾੜ ਜਗ੍ਹਾ ਦੇ ਵਿੱਚ ਨਾ ਜਾਓ, ਬਾਰ-ਬਾਰ ਹੱਥ ਧੋਵੋ, ਸੋਸ਼ਲ ਡਿਸਟੈਂਸਿੰਗ ਕਰੋ, ਸੈਨੀਟਾਈਜ਼ਰਸ ਦਾ ਯੂਜ਼ ਕਰੋ, ਮਾਸਕ ਪਾਓ, ਆਪਣੀ ਸਿਹਤ ਦਾ ਖਿਆਲ ਰੱਖੋ, ਸੇਫ ਰਹੋ। ਧੰਨਵਾਦ।